70% ਤੁਹਾਨੂੰ ਮੇਜਰ ਅਟੈਕ ਆ ਚੁੱਕਾ ਔਰ 30% ਤੁਹਾਡਾ ਦਿਲ ਰਹਿ ਗਿਆ। ਉਹਦੇ ਵਿੱਚੋਂ ਉਹਨਾਂ ਨੇ ਸਾਰੀ ਰਿਪੋਰਟ ਲਈ ਤਾਂ ਦੇਖ ਕੇ ਹੈਰਾਨ ਰਹਿ ਗਏ। ਮੈਨੂੰ ਨਾਲ ਹੀ ਦੱਸਤਾ, ਕਹਿੰਦੇ ਮਾਸਟਰ ਜੀ ਤੁਹਾਡੀਆਂ 3 ਨਾੜਾਂ ਬਲੌਕ ਨੇ, ਤਿੰਨੇ ਨਾੜਾਂ ਮੇ ਤਿੰਨੇ ਬਲੌਕ ਨੇ। ਤੇ ਮੈਨੂੰ ਆਪਣੇ ਸਤਿਗੁਰ ਤੇ ਦ੍ਰਿੜ ਵਿਸ਼ਵਾਸ ਆ ਤੇ ਮੈਂ ਕਰਾਉਣੀ ਨਹੀਂ ਹੈ। ਅੱਛਾ। ਕਹਿੰਦੇ ਨਾ ਇਦਾਂ ਜਿੱਦ ਕਰੋ, ਰਿਪੋਰਟ ਬਹੁਤ ਸੀਰੀਅਸ ਆ। ਕਹਿੰਦਾ ਕਿਹੜੇ ਸੰਤਾਂ ਦੀ ਗੱਲ ਕਰਦਾ? ਮੈਂ ਕਿਹਾ ਮੇਰੇ ਸਤਿਗੁਰ ਤਾਂ ਬੜੇ ਮਸ਼ਹੂਰ ਨੇ, ਡੇਰਾ ਸੱਚਾ ਸੌਦਾ ਸੁਣਿਆ ਹੋਣਾ। ਕਹਿੰਦਾ ਉਹ ਬਾਬਾ ਤਾਂ ਨਹੀਂ ਜਿਹੜਾ ਅੰਦਰ ਆ? ਮੈਂ ਕਿਹਾ ਸਤਿਗੁਰ ਅੰਦਰ ਹੀ ਹੁੰਦਾ, ਬਾਹਰ ਤਾਂ ਕਿਸੇ ਦੇ ਹੁੰਦਾ ਹੀ ਨਹੀਂ। नमस्कार, सत श्री अकाल, आदाब। स्वागत है सासंग जी फिर तो एक बार तुहाडा इस खास एपीसोड रहमत ए मुर्शिद। जी हाँ, रहमत ए मुर्शिद एक वो वैब सीरीज़ है जिस विच असी तुहानूं उन्हां साध संगतां नाल मिलाउने आ, वो करिश्मे नाल जाणू करवाउने आ, उन्हां जिंदगियां बारे। जो जिंदगियां अगर दुनिया के नज़रिए तो देखा जाए असंभव है जीना उन्हां दा, जो उन्हां दी जिंदगी च करिश्मे वापरदे ने, दुनिया नूं करिश्मा कहंदी है, अनुभव कहंदे है, उन्हां बारे जाणांगे। तो अज फिर साडे नाल एक मेहमान जुड़े ने जिन्हां दी जिंदगी विच कुछ इदां दे करिश्मे चमत्कार होए ने डेरा सच्चा सौदा सिरसा दे नाल जुड़न तो बाद। तो आओ आपां जानदे हां उन्हां तो। तुहाडा नाम सर? मास्टर सतपाल है जी। हाँ जी मास्टर जी, कित्थों दे रहण वाले तुसीं? मैं जिला जलंधर पिंड रैपर है जी, तहसील फलोर च। अच्छा, तुसीं टीचर एज ए प्राइवेट या गवर्नमेंट टीचर? नहीं, गवर्नमेंट टीचर है। गवर्नमेंट टीचर। ਤਾਂ ਬਿਲਕੁਲ ਮਾਸਟਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰਹਿਮਤ ਏ ਮੁਰਸ਼ਿਦ ਦੇ ਵਿੱਚ, ਜੋ ਇੱਕ ਵੈਬ ਸੀਰੀਜ਼ ਹੈ ਜਿਹਦੇ ਵਿੱਚ ਸਾਧ ਸੰਗਤ ਆਪਣੇ ਨਾਲ ਹੋਏ ਚਮਤਕਾਰ ਕਰਿਸ਼ਮੇ ਸੁਣਾਉਂਦੀ ਹੈ, ਜੋ ਦੁਨੀਆ ਦੇ ਤੌਰ ਤੇ ਦੇਖਿਆ ਜਾਵੇ ਅਗਰ ਦੁਨੀਆ ਦੀ ਨਜ਼ਰ ਤੋਂ ਤਾਂ ਅਸੰਭਵ ਚੀਜ਼ਾਂ ਹੁੰਦੀਆਂ ਨੇ। ਤਾਂ ਤੁਹਾਡੇ ਨਾਲ ਵੀ ਕੋਈ ਜ਼ਿੰਦਗੀ ਤੁਹਾਡੀ 'ਚ ਡੇਰਾ ਸੱਚਾ ਸੌਦਾ ਨਾਲ ਜੁੜਨ ਤੋਂ ਬਾਅਦ ਜ਼ਿੰਦਗੀ 'ਚ ਕੋਈ ਕਰਿਸ਼ਮਾ ਹੋਇਆ, ਚਮਤਕਾਰ ਹੋਇਆ ਤਾਂ ਜ਼ਿਕਰ ਕਰੋ, ਸੁਣਾਓ। ਸਾਧ ਸੰਗਤ ਤੁਹਾਨੂੰ ਲਾਈਵ ਦਿਖ ਰਹੀ ਹੈ। ਚਮਤਕਾਰ ਤਾਂ ਪੈਰ ਪੈਰ ਤੇ ਹੁੰਦੇ ਆ ਜੀ, ਪਰ ਜਿਹੜੀ ਸੱਚਾਈ ਆ, ਹੁਣੇ 11 ਫਰਵਰੀ ਨੂੰ ਮੈਨੂੰ ਹਾਰਟ ਅਟੈਕ ਆਇਆ। ਮੇਜਰ ਹਾਰਟ ਅਟੈਕ ਸੀ, 70% ਜਦੋਂ ਡਾਕਟਰਾਂ ਨੇ ਰਿਪੋਰਟ ਲਈ। ਅੱਛਾ। ਤੇ 11 ਫਰਵਰੀ 2020 ਹਾਂ 10 ਫਰਵਰੀ ਨੂੰ ਮੈਨੂੰ ਅਟੈਕ ਆਇਆ ਜੀ। ਅੱਛਾ। ਤੇ ਮੈਂ ਫਸਟ ਏਡ ਲਈ ਨੇੜੇ ਫਲੋਰ ਆ, ਉੱਥੇ ਜੋਤੀ ਹਸਪੀਟਲ ਆ, ਉੱਥੇ ਗਿਆ। ਅੱਛਾ ਜੀ। ਫਸਟ ਏਡ ਕਰਾਉਣ ਤੋਂ ਬਾਅਦ ਮੈਂ ਘਰੇ ਆ ਗਿਆ, ਮੇਰਾ ਦਰਦ ਹਟ ਗਿਆ। ਅੱਛਾ। ਤੇ 24 ਘੰਟੇ ਮੈਂ ਘਰੇ ਰਿਹਾ ਜੀ। ਦੂਜੇ ਦਿਨ ਜਦੋਂ ਮੈਂ ਸਵੇਰੇ ਲੰਗਰ ਖਾਧਾ, ਲੰਗਰ ਖਾਣ ਤੋਂ ਬਾਅਦ ਮੈਨੂੰ ਉਲਟੀਆਂ ਆਈਆਂ। ਅੱਛਾ। ਮੇਰੀ ਵਾਈਫ ਹੈਲਥ ਡਿਪਾਰਟਮੈਂਟ ਵਿੱਚ ਐਜ ਏ ਸੁਪਰਵਾਈਜ਼ਰ ਆ। ਅੱਛਾ ਜੀ। ਉਹਨਾਂ ਨੇ ਮੈਨੂੰ ਕਿਹਾ ਆਪਾਂ ਨੂੰ ਜਾਣਾ ਚਾਹੀਦਾ ਹਸਪੀਟਲ। ਮੈਂ ਕਿਹਾ ਲੋੜ ਤਾਂ ਹੈ ਨਹੀਂ, ਮੈਂ ਜਿੱਦ ਕੀਤੀ ਆਪਾਂ ਨੂੰ ਜਾਣਾ ਨਹੀਂ ਚਾਹੀਦਾ, ਸਤਿਗੁਰ ਤੇ ਵਿਸ਼ਵਾਸ ਹੋਣਾ ਚਾਹੀਦਾ, ਆਪਾਂ ਡੇਰਾ ਸੱਚਾ ਸੌਦੇ ਦੇ ਪ੍ਰੇਮੀ ਆ। ਕਹਿੰਦੇ ਉਹ ਤਾਂ ਠੀਕ ਆ, ਪ੍ਰੇਮੀ ਆ, ਪਰ ਆਪਾਂ ਨੂੰ ਚੈੱਕਅਪ ਤਾਂ ਕਰਾਉਣੀ ਚਾਹੀਦੀ। ਪਿਤਾ ਜੀ ਵੀ ਕਹਿੰਦੇ ਆ। DMC ਵਾਲਿਆਂ ਦਾ ਹੀਰੋ ਹਾਰਟ ਹਸਪੀਟਲ ਆ ਜਲੰਧਰ ਦੇ ਵਿੱਚ? ਨਹੀਂ, ਇੱਥੇ ਲੁਧਿਆਣੇ 'ਚ। ਲੁਧਿਆਣਾ। ਅੱਛਾ ਜੀ। ਅਸੀਂ ਉੱਥੇ ਪਹੁੰਚੇ ਜੀ। ਉੱਥੇ ਪਹੁੰਚਣ ਤੋਂ ਬਾਅਦ ਮੇਰੀ ਇਕੋ ਹੋਈ ਜੀ। ਇਕੋ ਕਰਦਿਆਂ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਚੱਲ ਕੇ ਆਏ ਹੋ। ਅੱਛਾ। ਮੈਂ ਕਿਹਾ ਮੈਂ ਅਧਿਆਪਕ ਆ, ਮੇਰੇ ਕੋਲ ਕਿਹੜਾ ਹੈਲੀਕਾਪਟਰ ਆ। ਅੱਛਾ। ਕਹਿੰਦੇ ਤੁਸੀਂ ਹੱਸਦੇ ਹੋ, ਤੁਹਾਡੀ ਰਿਪੋਰਟ ਤਾਂ ਕੁਝ ਹੋਰ ਹੀ ਦੱਸਦੀ ਆ। ਅੱਛਾ। ਮੈਂ ਕਿਹਾ ਮੈਂ ਅਧਿਆਪਕ ਆ, ਤੁਸੀਂ ਡਾਕਟਰ ਹੋ, ਡਾਕਟਰ ਨੂੰ ਡਰਾਉਣਾ ਨਹੀਂ ਚਾਹੀਦਾ ਪੇਸ਼ੈਂਟ ਨੂੰ। ਕਹਿੰਦੇ ਬਾਈ ਜੀ ਤੁਹਾਡੀ ਰਿਪੋਰਟ ਬਹੁਤ ਸੀਰੀਅਸ ਆ, 70% ਤੁਹਾਨੂੰ ਮੇਜਰ ਅਟੈਕ ਆ ਚੁੱਕਾ ਔਰ 30% ਤੁਹਾਡਾ ਦਿਲ ਰਹਿ ਗਿਆ। ਅੱਛਾ। ਤੁਹਾਡੀ ਜਿਹੜੀ ਆ ਮੇਨ ਨਾੜ ਹੁੰਦੀ ਜਿਹੜੀ ਉਹ ਬਲੌਕ ਹੈ, ਜੋ ਦਿਲ ਨੂੰ ਬਲੱਡ ਪੰਪ ਕਰਦੀ ਹੈ। ਅੱਛਾ। ਤੇ ਤੁਹਾਨੂੰ ਹੁਣੇ ਦਾਖਲ ਹੋਣਾ ਪੈਣਾ। ਅੱਛਾ। ਮੈਂ ਕਿਹਾ ਦਾਖਲ ਤਾਂ ਕਰ ਲਓ, ਡਰਾਓ ਨਾ ਪਲੀਜ਼। ਅੱਛਾ। ਉਹਨਾਂ ਨੇ ਮੈਨੂੰ ਦਾਖਲ ਕਰ ਲਿਆ ਬਈ। ਦੂਜੇ ਦਿਨ ਮੇਰੀ ਐਂਜੀਓਗ੍ਰਾਫੀ ਸੀ ਜੀ। ਡਾਕਟਰ ਸਾਹਿਬ ਕਹਿੰਦੇ ਐਂਜੀਓਗ੍ਰਾਫੀ ਤੋਂ ਬਾਅਦ ਹੀ ਪੂਰੀ ਰਿਪੋਰਟ ਦਾ ਪਤਾ ਲੱਗਣਾ। ਮੈਨੂੰ ਪਤਾ ਨਹੀਂ ਸੀ ਵੀ ਐਂਜੀਓਗ੍ਰਾਫੀ ਕੀ ਹੁੰਦੀ ਆ, ਕਿਵੇਂ ਕਰਨੀ ਆ ਇਹ। ਅੱਛਾ। ਤੇ ਉਹਨਾਂ ਨੇ ਇੱਕ ਮੇਰੀ ਵੇਨ ਕੱਟ ਕੇ ਇਹਦੇ ਵਿੱਚ ਹੀ ਤਾਰ ਭੇਜੀ, ਕੈਮਰਾ ਭੇਜਿਆ। ਉਹਦੇ ਵਿੱਚ ਉਹਨਾਂ ਨੇ ਸਾਰੀ ਰਿਪੋਰਟ ਲਈ ਤਾਂ ਦੇਖ ਕੇ ਹੈਰਾਨ ਰਹਿ ਗਏ। ਮੈਨੂੰ ਨਾਲ ਹੀ ਦੱਸਤਾ, ਕਹਿੰਦੇ ਮਾਸਟਰ ਜੀ ਤੁਹਾਡੀਆਂ 3 ਨਾੜਾਂ ਬਲੌਕ ਨੇ, ਤਿੰਨੇ ਨਾੜਾਂ ਮੇ ਤਿੰਨੇ ਬਲੌਕ ਨੇ। 3 ਨਾੜਾਂ ਜੋ ਦਿਲ ਨੂੰ ਪੰਪ ਕਰਦੀਆਂ, ਤਿੰਨੇ ਬਲੌਕ ਨੇ। ਪਹਿਲੀ 99% ਹੈ, ਦੂਜੀ 90, ਤੀਜੀ 80%। ਅੱਛਾ। ਤੇ ਕੰਮ ਜ਼ਿਆਦਾ ਖਰਾਬ ਆ। ਤੁਹਾਡੇ ਨਾਲ ਕੌਣ ਨੇ? ਮੈਂ ਕਿਹਾ ਮੇਰੀ ਵਾਈਫ ਆ। ਅੱਛਾ। ਤੇ ਕਹਿੰਦੇ ਸਾਨੂੰ ਮਿਲਾਓ। ਮੈਨੂੰ ਉਹਨਾਂ ਨੇ ਬਾਹਰ ਭੇਜ ਦਿੱਤਾ। ਬੈੱਡ ਤੇ ਹੀ ਸੀ, ਬਾਹਰ ਲੈ ਗਿਆ ਬੈੱਡ ਮੇਰਾ।
ਰਿਪੋਰਟ ਆਪਣੀ ਐਂਜੀਓਗ੍ਰਾਫੀ ਕਰਨ ਤੋਂ ਬਾਅਦ ਜੀ। ਤੇ ਮੇਰੀ ਵਾਈਫ ਨੂੰ ਉਹਨਾਂ ਦਾ ਬੋਰਡ ਬੈਠਾ ਜਿਹੜੇ ਡਾਕਟਰ ਸੀ, ਹਾਂਜੀ। ਉਹਨਾਂ ਨੇ ਸਲਾਹ ਕੀਤੀ ਵੀ ਰਿਪੋਰਟ ਬਹੁਤ ਸੀਰੀਅਸ ਆ। ਅੱਛਾ। 3 ਨਾੜਾਂ 3 ਬਲੌਕ ਨੇ ਜੀ। ਵੀ ਇਹਨਾਂ ਦੀ ਲਾਈਫ ਜਿਹੜੀ ਆ ਹਫਤਾ 10 ਦਿਨ ਤੋਂ ਵੱਧ ਨਹੀਂ। ਜੇ ਤੁਸੀਂ ਚੰਗਾ ਚਾਹੁੰਦੇ ਹੋ ਤਾਂ ਕੱਲ੍ਹ ਹੀ ਇਹਨਾਂ ਦਾ ਬਾਈਪਾਸ ਸਰਜਰੀ ਕਰਾ ਲਓ। ਅੱਛਾ। ਵਾਈਫ ਨੇ ਉਹਨਾਂ ਨੂੰ ਪੁੱਛਿਆ ਵੀ ਖਰਚਾ ਕਿੰਨਾ? ਉਹ ਕਹਿੰਦੇ ਜੀ ਖਰਚਾ 2 ਤੋਂ 5 ਲੱਖ ਆ। ਜਦੋਂ ਅਸੀਂ ਕਰਾਂਗੇ, ਜਿਹੜੀ ਚੀਜ਼ ਵਿੱਚ ਖਰਾਬ ਹੋਈ, ਬਲਬ ਖਰਾਬ ਹੋਇਆ, ਜਿਵੇਂ ਵੀ ਆ, ਠੀਕ ਹੈ, ਵੀ ਕਰਦੇ ਤੇ ਮੈਸੇਜ ਘਬਰਾ ਗਿਆ ਬਹੁਤ। ਅੱਛਾ। ਤੇ ਉਹ ਮੇਰੇ ਕੋਲ ਕਿਸੇ ਬਹਾਨੇ ਆਏ ਤੇ ਘਬਰਾਏ ਹੋਏ ਸੀ। ਮੈਂ ਕਿਹਾ ਕਿਉਂ ਘਬਰਾਉਂਦੇ ਹੋ ਤੁਸੀਂ? ਕਹਿੰਦੇ ਤੁਹਾਨੂੰ ਮੇਰਾ ਦਿਲ ਨਹੀਂ ਕਰਦਾ ਦੱਸਣ ਨੂੰ। ਅੱਛਾ। ਵੀ ਰਿਪੋਰਟ ਤੁਹਾਡੀ ਬਹੁਤ ਮਾੜੀ ਆ, 3 ਨਾੜਾਂ ਬਲੌਕ ਆ, ਉਹ ਬਾਈਪਾਸ ਸਰਜਰੀ ਨੂੰ ਕਹਿੰਦੇ ਆ। ਅੱਛਾ। ਮੈਂ ਕਿਹਾ ਆਪਾਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਆ। ਪਿਤਾ ਜੀ ਦੇ ਬਚਨ ਆ ਸਤਸੰਗ 'ਚ, ਨਾ ਰਾਈ ਵਧੇ ਨਾ ਘਟੇ ਜੋ ਲਹਿਤੀ ਕਰਤਾਰ। ਜੇ ਮੈਂ ਹਫਤਾ ਜੀਣਾ ਤਾਂ ਹਫਤਾ ਹੀ ਜੀਣਾ। ਮੈਂ ਕਿਹਾ ਮੈਨੂੰ ਡਾਕਟਰ ਸਾਹਿਬ ਨੂੰ ਬੁਲਾਓ ਜਿਹੜੇ ਮੇਨ ਆ। ਅੱਛਾ। ਉਹਨਾਂ ਨੇ ਬੇਨਤੀ ਕੀਤੀ। ਉਹ ਕਹਿੰਦੇ ਮਾਸਟਰ ਜੀ ਦੱਸੋ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਬਾਈਪਾਸ ਸਰਜਰੀ ਨੂੰ ਰਿਕਮੈਂਡ ਕੀਤਾ ਵਾਈਫ ਨੂੰ, ਉਹ ਡਰੇ ਹੋਏ ਆ ਜੀ। ਕੀ ਬਾਈਪਾਸ ਸਰਜਰੀ ਤੋਂ ਬਾਅਦ ਮੈਂ ਠੀਕ ਠਾਕ ਘਰ ਚਲ ਜਾਵਾਂਗਾ? ਅੱਛਾ। ਮੇਰਾ ਆਪਰੇਸ਼ਨ ਸਕਸੈਸ ਹੋ ਜਾਏਗਾ? ਹਾਂਜੀ ਹਾਂਜੀ। ਕਹਿੰਦੇ ਵੀ ਗਾਰੰਟੀ ਤਾਂ ਕੋਈ ਨਹੀਂ ਲਈ ਜਾਂਦੀ, ਕਈ ਵਾਰ ਸਕਸੈਸ ਹੋ ਜਾਂਦਾ, ਕਈ ਵਾਰ ਫੇਲ ਵੀ ਹੋ ਜਾਂਦਾ। ਬਿਲਕੁਲ। ਮੈਂ ਕਿਹਾ ਜੀ ਫਿਰ ਜੇ ਗਾਰੰਟੀ ਕੋਈ ਨਹੀਂ ਤੇ ਮੈਨੂੰ ਆਪਣੇ ਸਤਿਗੁਰ ਤੇ ਦ੍ਰਿੜ ਵਿਸ਼ਵਾਸ ਆ ਤੇ ਮੈਂ ਕਰਾਉਣੀ ਨਹੀਂ ਹੈ। ਅੱਛਾ। ਕਹਿੰਦੇ ਨਾ ਇਦਾਂ ਜਿੱਦ ਕਰੋ, ਰਿਪੋਰਟ ਬਹੁਤ ਸੀਰੀਅਸ ਆ। ਅੱਛਾ। ਮੈਂ ਕਿਹਾ ਜੀ ਮੈਨੂੰ ਵਿਸ਼ਵਾਸ ਆ ਆਪਣੇ ਸਤਿਗੁਰ ਤੇ ਦ੍ਰਿੜ ਵਿਸ਼ਵਾਸ ਆ ਤੇ ਤੁਸੀਂ ਪਲੀਜ਼ ਮੇਰੀ ਫਾਈਲ ਮੈਨੂੰ ਦੇ ਦਿਓ। ਜਦੋਂ ਉਹਨੇ ਮੇਰੀ ਜਿੱਦ ਕੀਤੀ, ਮੈਨੂੰ ਫਾਈਲ ਦੇ ਦਿੱਤੀ। ਮੈਂ ਫਾਈਲ ਤੇ ਆਪਣੇ ਆਪ ਆਪਣੇ ਹੱਥਾਂ ਨਾਲ, ਕੋਈ ਵੀ ਦੇਖ ਸਕਦਾ ਉੱਥੇ ਫਾਈਲ ਪਈ ਹੋਣੀ ਹੈ ਮੇਰੀ। ਜੀ ਜੀ। ਵੀ ਮੈਂ ਹਸਪੀਟਲ 'ਚੋਂ ਆਪਣੀ ਮਰਜ਼ੀ ਨਾਲ ਜਾ ਰਿਹਾ। ਜੇ ਮੈਨੂੰ ਕੁਝ ਹੋ ਜਾਂਦਾ ਉਹਦੇ ਲਈ ਮੈਂ ਖੁਦ ਜ਼ਿੰਮੇਵਾਰ ਆ। ਹਸਪਤਾਲ ਵਾਲੇ ਨਹੀਂ, ਹਸਪਤਾਲ ਵਾਲੇ ਕੋਈ ਜ਼ਿੰਮੇਵਾਰੀ ਨਹੀਂ ਡਾਕਟਰ ਸਾਹਿਬਾਨਾਂ ਦੀ। ਅੱਛਾ। ਮੈਂ ਲਿਖ ਦਿੱਤਾ। ਲਿਖਣ ਤੋਂ ਬਾਅਦ ਉਹ ਫਿਰ ਅੰਗਰੇਜ਼ੀ 'ਚ ਕੁਛ ਆਪ ਲਿਖ ਕੇ ਲਿਆਏ। ਅੱਛਾ। ਉਹਦੇ ਤੇ ਮੈਨੂੰ ਕਹਿੰਦੇ 10 ਕਦੈਤ ਤੇ ਕਰੋ। ਮੈਂ ਕਿਹਾ ਲਿਆਓ, ਜਿੱਥੇ ਕਰਾਉਣੇ ਕਰਾ ਲਓ। ਜਦੋਂ ਮੈਂ ਜਾਈ ਆਪ ਰਿਹਾ। ਬਿਲਕੁਲ। ਤੇ ਉੱਥੇ ਪੇਸ਼ੈਂਟਾਂ ਵਿੱਚ ਇੱਕ ਪੇਸ਼ੈਂਟ ਸੀ, ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਉਹ ਜੀ। ਉਹ ਮੇਰੇ ਗਲੇ ਹੀ ਪੈ ਗਿਆ। ਅੱਛਾ। ਕਹਿੰਦਾ ਤੁਸੀਂ ਕਾਹਦੇ ਅਧਿਆਪਕ ਹੋ? ਜਿਹੜੀ ਹਾਲਤ ਤੁਹਾਡੀ ਆ, ਪੇਸ਼ੈਂਟ ਹਸਪੀਟਲ ਨੂੰ ਆਉਂਦੇ ਆ, ਤੁਸੀਂ ਹਸਪੀਟਲੋਂ ਘਰ ਨੂੰ ਚੱਲੇ ਆ। ਵੀ ਮੈਂ ਇਦਾਂ ਦਾ ਕੋਈ ਪੇਸ਼ੈਂਟ ਦੇਖਿਆ ਨਹੀਂ ਹੈ। ਅੱਛਾ। ਮੇਰੀ ਐਂਜੀਓਗ੍ਰਾਫੀ ਹੋਈ ਆ, 18 ਮਹੀਨੇ ਹੋ ਗਏ। ਮੈਂ ਹਸਪੀਟਲ 'ਚ ਦਾਖਲ ਆ, 3 ਦਿਨ ਗਿਆ, ਮੇਰੇ ਇੰਨਾ ਦਰਦ ਹੋਇਆ ਮੈਨੂੰ ਮੁੜ ਕੇ ਆਉਣਾ ਪੈ ਗਿਆ। ਮੈਂ ਕਿਹਾ ਸ਼ਾਇਦ ਬਾਈ ਤੂੰ ਜਾਣਦਾ ਨਹੀਂ, ਮੈਂ ਜਿਸ ਸਤਿਗੁਰ ਨੂੰ ਮੰਨਦਾ ਨਾ ਤੇ ਉਹਨਾਂ ਦੇ ਬਚਨ ਕਦੇ ਅਟੱਲ ਨਹੀਂ ਹੁੰਦੇ। ਉਹਨਾਂ ਦੇ ਬਚਨਿਆਂ ਨਾ ਰਾਈ ਵਧੇ ਨਾ ਘਟੇ ਜੋ ਲਹਿਤੀ ਕਰਤਾਰ। ਕਹਿੰਦਾ ਕਿਹੜੇ ਸੰਤਾਂ ਦੀ ਗੱਲ ਕਰਦਾ? ਮੈਂ ਕਿਹਾ ਮੇਰੇ ਸਤਿਗੁਰ ਤਾਂ ਬੜੇ ਮਸ਼ਹੂਰ ਨੇ, ਡੇਰਾ ਸੱਚਾ ਸੌਦਾ ਸੁਣਿਆ ਹੋਣਾ। ਕਹਿੰਦਾ ਉਹ ਬਾਬਾ ਤਾਂ ਨਹੀਂ ਜਿਹੜਾ ਅੰਦਰ ਆ? ਮੈਂ ਕਿਹਾ ਸਤਿਗੁਰ ਅੰਦਰ ਹੀ ਹੁੰਦਾ, ਬਾਹਰ ਤਾਂ ਕਿਸੇ ਦੇ ਹੁੰਦਾ ਹੀ ਨਹੀਂ। ਬਾਕੀ ਤੇਰੇ ਲਈ ਅੰਦਰ ਹੋਣਗੇ ਬਾਈ, ਸਾਡੇ ਲਈ ਹਮੇਸ਼ਾ ਅੰਗ ਸੰਗ ਨੇ। ਉਹਨੇ ਜਿੱਦ ਕੀਤੀ, ਮੈਨੂੰ ਆਪ ਸ਼ਬਦ ਵੀ ਬੋਲੇ। ਮੈਂ ਕਿਹਾ ਬਾਈ ਆਪਣਾ ਨੰਬਰ ਦੇ ਦੇ, ਮੈਂ ਦ੍ਰਿੜ ਵਿਸ਼ਵਾਸ ਨਾਲ ਕਹਿੰਦਾ ਹੁਣ ਮੇਰਾ ਸਤਿਗੁਰੇ ਮੇਰੀਆਂ ਨਾੜਾਂ ਖੋਲੂਗਾ। ਅੱਛਾ। ਤੇ ਉਹ ਚੁੱਪ ਕਰ ਗਿਆ। ਨੰਬਰ ਦਿੱਤਾ ਨਹੀਂ ਉਹਨਾਂ? ਉਹ ਤਾਂ ਪਤਾ ਨਹੀਂ ਉਹਦੇ ਦਿਲ 'ਚ ਕੀ ਆਇਆ ਜੀ ਕੀ ਨਹੀਂ ਆਇਆ, ਉਹ ਚੁੱਪ ਹੀ ਕਰ ਗਿਆ ਸੁਣ ਕੇ। ਅੱਛਾ। ਤੇ ਮੈਂ ਘਰੇ ਮੈਸੇਜ ਨੂੰ ਕਿਹਾ ਗੱਡੀ ਮੰਗਾ ਲਓ। ਬਿੱਲ ਬੁੱਲ ਸੀ ਜਿੰਨੇ ਹਸਪੀਟਲ ਦੇ ਜਮ੍ਹਾਂ ਕਰਾਏ ਜੀ, ਗੱਡੀ ਮੰਗਾ ਲਈ। ਅਸੀਂ ਘਰ ਚਲੇ ਗਏ। ਘਰ ਚੱਲਣ ਤੋਂ ਬਾਅਦ 15 ਦਿਨ ਬਾਅਦ ਫਿਰ ਮੈਂ ਹਸਪੀਟਲ ਚੈੱਕ ਕਰਾਉਣ ਗਿਆ ਤੇ ਉਹ ਕਹਿੰਦੇ ਤੁਹਾਡੇ ਦਿਲ ਦੀ ਧੜਕਣ ਵੀ ਠੀਕ ਆ, ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਆ। ਮੈਂ ਕਿਹਾ ਜੀ ਠੀਕ ਤਾਂ ਹੋਣਾ ਹੀ ਆ, ਵੀ ਸਤਿਗੁਰ ਦੀ ਬੜੀ ਰਹਿਮਤ ਆ ਮੇਰੇ ਤੇ। ਜਦੋਂ ਮੈਂ ਬਚਣਾ ਹਫਤਾ ਜਾਂ 10 ਦਿਨ ਆ ਤਾਂ ਮੈਂ ਸਿਮਰਨ ਬਹੁਤ ਵਧਾਤਾ। ਅੱਛਾ। ਮੈਂ 15-16 ਘੰਟੇ ਡੇਲੀ ਸਿਮਰਨ ਕਰਦਾ। ਤੁਸੀਂ ਵੀ ਆ ਕੇ ਘਰ ਮੇਰੇ ਦੇਖ ਸਕਦੇ ਹੋ। ਸਤਿਗੁਰ ਨੇ ਬੜਾ ਵੱਡਾ ਘਰ ਬਖਸ਼ਿਸ਼ ਕੀਤਾ, 3 ਮੰਜ਼ਲਾ। ਜਿਹੜਾ ਤੀਜੀ ਮੰਜ਼ਿਲ ਆ ਉਹਦੇ ਤੇ ਕਮਰਾ ਪਿਤਾ ਜੀ ਲਈ ਸਪੈਸ਼ਲ ਮੈਂ ਬਣਾ ਕੇ ਰੱਖਿਆ ਆ। ਉਹਦੇ ਵਿੱਚ ਇੱਕ ਪਿਤਾ ਜੀ ਨੇ ਮੈਨੂੰ ਸਰੂਪ ਬਖਸ਼ਿਸ਼ ਕੀਤਾ ਆ।
ਉਹ ਸਰੂਪ ਪਿਆ ਪਿਤਾ ਜੀ ਦਾ, ਉਹਦੇ ਤੇ ਬਚਨਿਆ ਵੀ ਘਰ ਦੇ ਮੈਂਬਰਾਂ ਦੇ ਦਰਸ਼ਨ ਕਰਦੇ ਆ। ਤੇ ਉਹ ਪਿਆ ਕਮਰੇ 'ਚ ਗੱਦੇ ਆ, ਥੱਲੇ ਬੈਠ ਕੇ ਸਿਮਰਨ ਕਰਦੇ ਰਹੀਦਾ। ਤੇ ਅੱਜ ਮੇਰਾ ਖਿਆਲ ਨਵੰਬਰ ਮਹੀਨਾ, ਫਰਵਰੀ ਦੀ ਗੱਲ ਆ, 9-10 ਮਹੀਨੇ ਹੋ ਗਏ, ਹਜੇ ਤਾਂ ਬਾਈ ਜੀ ਮੈਨੂੰ ਕੁਝ ਹੋਇਆ ਨਹੀਂ। ਤੇ ਮਤਲਬ ਜਦੋਂ ਤੁਸੀਂ ਹਸਪੀਟਲ ਦੇ ਵਿੱਚੋਂ ਵਾਪਸ ਆਏ ਛੁੱਟੀ ਲੈ ਕੇ, ਉਸ ਤੋਂ ਬਾਅਦ 15 ਦਿਨਾਂ ਬਾਅਦ ਤੁਸੀਂ ਦੁਬਾਰਾ ਚੈੱਕਅਪ ਕਰਵਾਉਣ ਗਏ? ਚੈੱਕਅਪ ਗਏ ਉਸੇ ਹਸਪੀਟਲ 'ਚ ਗਏ ਜੀ 15 ਦਿਨਾਂ ਬਾਅਦ। ਉਹਨਾਂ ਡਾਕਟਰਾਂ ਕੋਲੇ ਕਰਾਉਣ ਗਏ। ਠੀਕ ਆ। ਤੇ ਉਹ ਕਹਿੰਦੇ ਬਈ ਤੇਰੇ ਦਿਲ ਦੀ ਧੜਕਣ ਬਿਲਕੁਲ ਠੀਕ ਆ, ਨਾ ਵਧੀ ਨਾ ਘਟੀ, ਤੇਰਾ ਬਲੱਡ ਪ੍ਰੈਸ਼ਰ ਵੀ ਠੀਕ ਆ। ਜਿਨ੍ਹਾਂ ਨੇ ਰਿਪੋਰਟ ਕੀਤੀ ਸੀ ਕਿ ਤੁਹਾਡੇ ਉਹ ਜਿਹੜੇ ਉਹਨਾਂ ਡਾਕਟਰਾਂ ਨੇ ਦੁਬਾਰਾ ਰਿਪੋਰਟ ਮੈਨੂੰ ਦਿੱਤੀ। ਇਹ ਮੈਨੂੰ ਹੋਰ ਦ੍ਰਿੜ ਵਿਸ਼ਵਾਸ ਹੋ ਗਿਆ ਵੀ ਮੇਰੇ ਸਤਿਗੁਰ ਦੀ ਮੇਰੇ ਤੇ ਰਹਿਮਤ ਹੋਣੀ ਸ਼ੁਰੂ ਹੋ ਗਈ। ਇਹ ਮੈਨੂੰ ਹਫਤਾ 10 ਦਿਨ ਦੱਸਦੇ ਸੀ, 15 ਦਿਨ ਤਾਂ ਮੈਨੂੰ ਹੋ ਗਏ। ਇਹਦਾ ਮਤਲਬ ਮੈਨੂੰ ਕੁਝ ਨਹੀਂ ਹੋਣਾ। ਫਿਰ ਉਹਨਾਂ ਦਾ ਕੀ ਉਹ ਕਿੱਦਾਂ ਰਿਐਕਸ਼ਨ ਸੀ ਉਹਨਾਂ ਦੇ ਡਾਕਟਰਾਂ ਦਾ? ਉਹ ਬਸ ਉਹ ਤਾਂ ਇਹੀ ਕਹਿੰਦੇ ਸੀ ਤੇਰੇ ਤੇ ਕੋਈ ਸਤਿਗੁਰ ਦੀ ਰਹਿਮਤ ਆ ਬਈ, ਪਰਮਾਤਮਾ ਦੀ ਦਇਆ ਮੇਰੇ ਹੀ ਆ ਕੋਈ। ਓਕੇ, ਜੇ ਡਾਕਟਰ ਕਹਿੰਦੇ ਸੀ ਵੀ ਤੁਸੀਂ ਕੱਲ ਨੂੰ ਐਡਮਿਟ ਤੁਹਾਨੂੰ ਹੋਣਾ ਪੈਣਾ ਹੈ, ਤੁਹਾਡਾ ਬਹੁਤ ਵੱਡਾ ਸੀਰੀਅਸ ਕੇਸ ਹੈ, 10 ਦਿਨਾਂ ਤੋਂ ਬਾਅਦ ਤੁਸੀਂ ਬਚ ਨਹੀਂ ਸਕਦੇ, 15 ਦਿਨਾਂ ਬਾਅਦ ਉਹ ਬਿਮਾਰੀ ਕਹਿੰਦੇ ਮੱਖਣ ਦੇ ਬਾਲ ਵਾਂਗੂ ਉੱਡ ਵੀ ਗਈ। ਨਹੀਂ ਉੜੀ ਜਾਂ ਨਹੀਂ ਉੜੀ ਤਾਂ ਮੈਨੂੰ ਪਤਾ ਨਹੀਂ ਜੀ। ਮੇਰੀ ਰਿਪੋਰਟ ਜਿਹੜੀ ਬਲੱਡ ਪ੍ਰੈਸ਼ਰ ਦੀ ਸੀ ਉਹ ਬਿਲਕੁਲ ਓਕੇ ਆਈ ਜੀ। ਜਿਹੜੀ ਮੇਰੀ ਦਿਲ ਦੀ ਧੜਕਣ ਸੀ ਉਹ ਓਕੇ ਆ ਗਈ। 100 ਚਾਹੀਦੀ ਆ 100 ਸੀ। ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਮੇਰਾ ਬਿਲਕੁਲ ਠੀਕ ਸੀ। ਜਿਹੜਾ ਅਪ ਸੀ ਉਹ 120 ਸੀ, ਥੱਲੇ ਵਾਲਾ 80 ਸੀ ਜੀ। ਮਤਲਬ ਨਾੜਾ ਕੰਮ ਕਰਨ ਲੱਗੀ, ਜਿਹੜੀ ਬਲੌਕ ਸੀ ਉਹ ਇਹ ਤਾਂ ਸਤਿਗੁਰ ਮਤਲਬ ਇਹੀ ਬੰਦਾ ਜਦੋਂ ਉਹ ਚੀਜ਼ ਧੜਕਣ ਚੱਲਣ ਲੱਗ ਪਈ, ਬਲੱਡ ਪੂਰਾ ਆਉਣ ਲੱਗ ਪਿਆ ਤਾਂ ਨਾੜਾ ਖੁੱਲ ਗਈਆਂ। ਹਾਂਜੀ, 9 ਮਹੀਨੇ ਬਾਅਦ ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਸਾਨੂੰ ਹੁਣ ਇੱਕ ਜਲੰਧਰ ਜ਼ਿਲ੍ਹੇ 'ਚ ਪੇਮਜ਼ ਹਸਪੀਟਲ ਆ, ਬਹੁਤ ਵੱਡਾ ਹਸਪੀਟਲ ਆ ਉਹ ਵੀ। ਅੱਛਾ ਜੀ। ਵੀ ਸਾਨੂੰ ਹੁਣ ਉੱਥੋਂ ਇੱਕੋ ਦੁਬਾਰਾ ਕਰਵਾਉਣੀ ਚਾਹੀਦੀ ਹੈ ਜੀ। ਮੈਂ ਕਿਹਾ ਤੁਹਾਡੀ ਮਰਜ਼ੀ ਆ, ਚੱਲਦੇ ਆ। ਅਸੀਂ ਉੱਥੋਂ ਦੁਬਾਰਾ ਇੱਕੋ ਕਰਾਈ ਜੀ ਹੁਣ ਜੀ। ਤੇ ਉਹਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਵੀ ਤੁਹਾਡੀਆਂ ਜਿਹੜੀਆਂ ਮੇਨ 2 ਨਾੜਾਂ ਆ ਉਹ ਮੂਵਿੰਗ ਹੈ। ਅੱਛਾ, ਮੂਵਿੰਗ ਦਾ ਮਤਲਬ ਚੱਲ ਰਹੀਆਂ। ਤੇ ਤੀਜੀ ਜਿਹੜੀ ਆ ਵੀ ਉਹ ਵੀ ਹੋ ਪਿਆ ਵੀ ਮੂਵਿੰਗ ਹੋ ਜਾਏਗੀ ਲੱਗਦਾ ਹੈ। ਤੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਉਹਦੇ ਵਿੱਚ ਵੀ ਬਾਕੀ ਸਾਰੇ ਟਿੱਕਾਂ ਲਾਈਆਂ, ਓਕੇ ਕੀਤਾ। ਇੱਕ ਦੇ ਉੱਤੇ ਮੜ ਜਿਹਾ ਐਰੋ ਲਾਇਆ ਵੀ ਇਹਦੇ ਵਿੱਚ ਥੋੜੀ ਜਿਹੀ ਹੈਗੀ ਆ। ਤੇ ਹੁਣ ਤਾਂ ਪਰਵਾਹ ਹੀ ਨਹੀਂ, ਜਦੋਂ 2 ਚੱਲ ਪਈਆਂ, ਸਤਿਗੁਰ ਤੇ ਵਿਸ਼ਵਾਸ ਤਾਂ ਪਹਿਲਾਂ ਹੀ ਸੀ, ਉਦੋਂ ਅੱਗੇ ਨੂੰ ਵੀ ਪੱਕਾ ਹੋ ਗਿਆ ਬਾਈ। ਬਹੁਤ ਵੱਡੀ ਗੱਲ ਹੈ ਜੀ, ਜਿਹੜੀ ਬਾਈਪਾਸ ਸਰਜਰੀ ਦਾ ਦੱਸਿਆ ਹੋਵੇ ਤੇ ਬਿਨਾਂ ਕੋਈ ਦਵਾਈਆਂ ਲੈਤੇ, ਕੁਝ ਵੀ ਨਾ ਕੁਝ ਕੀਤੇ, ਇਕੱਲਾ ਸਿਮਰਨ ਕਰਕੇ ਉਹ ਆਪਣੇ ਆਪ ਖੁੱਲ ਜਾਣਾ। ਤੇ ਜਿਹੜੇ ਤੁਸੀਂ ਜ਼ਿਕਰ ਕੀਤਾ ਜਲੰਧਰ ਦਾ ਹਸਪੀਟਲ ਦੇ ਵਿੱਚ, ਤੁਸੀਂ ਉੱਥੇ ਉਹਨਾਂ ਨਾਲ ਜ਼ਿਕਰ ਕੀਤਾ ਕਿ ਇਦੋਂ ਪਹਿਲਾਂ ਅਸੀਂ ਦਿਖਾਇਆ ਸੀ? ਉਹਨਾਂ ਕੋਲ ਰਿਪੋਰਟਾਂ ਦਿਖਾਈਆਂ ਜੀ ਸਾਰੀਆਂ, ਉਹਨਾਂ ਦੇ ਕੋਲ ਦਿਖਾਇਆ ਰਿਕਾਰਡ। ਉਦੋਂ ਬਾਅਦ ਇਹ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਇੱਥੇ ਕਿਉਂ ਆਏ ਹੋ? ਅਸੀਂ ਕਿਹਾ ਬਾਈ ਅਸੀਂ ਰਹਿੰਦੇ ਜ਼ਿਲ੍ਹਾ ਜਲੰਧਰ 'ਚ ਆ, ਅਸੀਂ ਇਸ ਕਰਕੇ ਤੁਹਾਡੇ ਕੋਲ ਚੈੱਕਅਪ ਕਰਾਉਣ ਆ ਗਏ ਆ। ਅੱਛਾ। ਤੇ ਕਹਿੰਦੇ ਠੀਕ ਹੈ। ਉਹਨਾਂ ਨੇ ਕੋਈ ਉਹਦੇ ਬਾਰੇ ਜ਼ਿਕਰ ਕੀਤਾ ਹੋਣਾ ਵੀ ਹਾਂ ਇਹ ਬਹੁਤ ਵੱਡੀ ਗੱਲ ਹੈ ਇੱਦਾਂ ਦਾ, ਕਿਉਂਕਿ ਉਹਨਾਂ ਦਾ ਇੱਕ ਐਕਸਪੀਰੀਅੰਸ ਹੈ ਡਾਕਟਰ ਦੀ ਪੂਰੀ ਲਾਈਫ ਦਾ। ਉਹ ਪਤਾ ਨਹੀਂ ਜੀ, ਉਹਨੇ ਮੈਨੂੰ ਬਹੁਤੀ ਗੱਲ ਤਾਂ ਕੋਈ ਕਹੀ ਨਹੀਂ ਹੈ। ਉਹ ਡਾਕਟਰ ਕੋਈ ਜ਼ਿਆਦਾ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਇੰਪਰੂਵਮੈਂਟ ਬਹੁਤ ਜ਼ਿਆਦਾ। ਅੱਛਾ, ਇਹ ਗੱਲ ਕਹਿਤੀ। ਅੱਜ ਇਹਨਾਂ ਨੇ ਖੁਦ ਆਪਣੀ ਆਪ ਬੀਤੀ, ਆਪਣੀ ਖੁਦ ਜ਼ੁਬਾਨੀ ਦੱਸਿਆ ਕਿ ਕਿਵੇਂ ਸੱਚੇ ਸੌਦੇ ਨਾਲ ਜੁੜਨ ਤੋਂ ਬਾਅਦ ਨੇ ਜ਼ਿੰਦਗੀ 'ਚ ਹਰ ਪਲ ਚਮਤਕਾਰ ਹੁੰਦੇ ਫਿਰ। ਇੱਦਾਂ ਦੇ ਚਮਤਕਾਰ ਕਿ ਡਾਕਟਰ ਦੰਗ ਰਹਿ ਚੁੱਕੇ ਨੇ, ਉਸ ਨੂੰ ਦੇਖਣ ਤੋਂ ਬਾਅਦ ਜਵਾਬ ਦੇ ਦਿੱਤਾ ਕਿ ਹਾਂ ਇਹ ਚੀਜ਼ ਬਚ ਹੀ ਨਹੀਂ ਸਕਦੀ। ਤਾਂ ਬਿਲਕੁਲ ਅਗਰ ਤੁਹਾਡੇ ਨਾਲ ਵੀ ਕੋਈ ਇੱਦਾਂ ਦਾ ਕਰਿਸ਼ਮਾ ਚਮਤਕਾਰ ਹੋਇਆ ਹੈ ਤਾਂ ਉਹਨੂੰ ਜ਼ਰੂਰ ਸਾਂਝਾ ਕਰੋ ਸਾਡੇ ਨਾਲ। ਅਸੀਂ ਤੁਹਾਡਾ ਅਨੁਭਵ, ਤੁਹਾਡਾ ਕਰਿਸ਼ਮਾ ਪਹੁੰਚਾਵਾਂਗੇ, ਦੁਨੀਆ ਤੱਕ ਜ਼ਰੂਰ ਪਹੁੰਚਾਵਾਂਗੇ, ਕਿਉਂਕਿ ਸੱਚ ਦੀ ਜਿੱਤ ਅੱਗੇ ਹਮੇਸ਼ਾ ਸੱਚਾਈ ਆਉਣੀ ਚਾਹੀਦੀ ਹੈ। ਤਾਂ ਅਗਰ ਤੁਹਾਡੇ ਨਾਲ ਵੀ ਕੋਈ ਕਰਿਸ਼ਮਾ ਚਮਤਕਾਰ ਹੋਇਆ ਹੈ ਤਾਂ ਸਾਡੇ ਕਮੈਂਟ ਬਾਕਸ 'ਚ ਆਪਣਾ ਨਾਮ, ਨੰਬਰ, ਆਪਣੀ ਡਿਟੇਲ ਸੈਂਡ ਕਰ ਸਕਦੇ ਹੋ। ਸਕਰੀਨ ਦੇ ਦਿੱਤੇ ਗਏ ਨੰਬਰ ਨਾਲ ਸਾਂਝਾ ਕਰ ਸਕਦੇ ਹੋ।